ਅੱਜ ਕੈਨੇਡਾ ਕੋਲੇ ਹਰ ਸਟੇਟ ਕੋਲੇ ਵੱਖਰੇ ਵੱਖਰੇ ਝੰਡੇ ਆ। ਕੈਨੇਡਾ ਟੁੱਟ ਗਿਆ, ਉਹਨਾਂ 'ਚ ਵੱਖਵਾਦ ਆ ਗਿਆ, ਔਰ ਫਿਰ ਵੀ ਕੈਨੇਡਾ ਇੱਕ ਯੂਨੀਅਨ ਦਾ ਪਾਰਟ। ਪਰ ਹੁਣ ਸਾਨੂੰ ਉਲਝਾਉਣਾ ਤਾਂ ਜਿਹੜੇ ਮਰਜ਼ੀ ਪਾਸੇ ਉਲਝਾ ਲਓ। ਖਾਲਿਸਤਾਨ ਤੇ ਇਹ ਸਰਕਾਰਾਂ ਉਲਝਾਉਂਦੀਆਂ। ਖਾਲਿਸਤਾਨ ਦੀ ਗੱਲ ਕਿਉਂ ਆਉਂਦੀ ਆ? ਤੁਸੀਂ ਅਨੰਦਪੁਰ ਸਾਹਿਬ ਮਤਾ ਪੜ੍ਹ ਲਓ, ਸਿਰਫ ਖੁਦ ਮੁਖਤਿਆਰੀ ਦੀ ਗੱਲ ਸੀ। ਔਰ ਉਹ ਕਹਿੰਦੇ ਸੀ ਇਕੱਲੇ ਪੰਜਾਬ ਨੂੰ ਨਾ ਦਿਓ, ਸਾਰੇ ਸੂਬਿਆਂ ਨੂੰ ਦਿਓ। ਇਹ ਸਾਰੇ ਬੰਦੇ ਕਿਸਾਨਾਂ ਦੇ ਨਾਲ ਲੱਗਣਗੇ, ਦਿੱਲੀ ਨਾਲ ਲੜਨਗੇ, ਇਹੀ ਤਾਂ ਪਲਾਨ ਆ। ਦਿੱਲੀ ਦੇ ਵਿੱਚ ਅੰਦੋਲਨ ਸ਼ੁਰੂ ਕੀਤਾ ਸੀ ਅੰਨਾ ਹਜ਼ਾਰੇ ਨੇ, ਉੱਥੋਂ ਆਮ ਆਦਮੀ ਪਾਰਟੀ ਨੇ ਜਨਮ ਲਿਆ ਤੇ ਉਸ ਚੀਜ਼ ਦਾ ਫਾਇਦਾ ਅਰਵਿੰਦ ਕੇਜਰੀਵਾਲ ਨੇ ਚੁੱਕਿਆ। ਅੱਜ ਕੇਜਰੀਵਾਲ ਦੇ ਸਵਾਲ ਉੱਠਦੇ ਨੇ ਕਿ ਭਾਜਪਾ ਦੇ ਰਾਹ ਦੇ ਉੱਤੇ ਚੱਲ ਰਹੇ ਨੇ, ਤੁਸੀਂ ਵੀ ਚੁੱਕੇ ਨੇ ਇਸ ਸਵਾਲ। ਕੱਲ੍ਹ ਨੂੰ ਤੁਹਾਡੇ ਉੱਤੇ ਵੀ ਸਵਾਲ ਉੱਠ ਸਕਦੇ ਨੇ। ਅਗਲੀ ਗੱਲ ਮੈਂ ਇਹ ਕਹਿ ਰਿਹਾ ਵੀ ਮੈਂ ਤਾਂ ਲੜ ਹੀ ਨਹੀਂ ਰਿਹਾ ਚੋਣਾਂ, ਮੈਂ ਤਾਂ ਮੇਨ ਸਟ੍ਰੀਮ ਪੋਲੀਟਿਕਸ 'ਚ ਆ ਹੀ ਨਹੀਂ ਰਿਹਾ। ਫਿਰ ਮੈਂ ਤਾਂ ਕੋਈ ਅਹੁਦੇ ਦੇ ਲਈ ਇਹ ਕੰਮ ਕਰ ਰਿਹਾ ਹੋਵਾਂ ਜਾਂ ਕਿਸੇ ਕੁਰਸੀ ਲਈ ਕਰ ਰਿਹਾ ਹੋਵਾਂ, ਇਹ ਗੱਲ ਹੀ ਖਤਮ ਹੋ ਜਾਂਦੀ ਹੈ। ਮੋਰਚਿਆਂ ਤੇ ਧਰਨਿਆਂ ਤੇ ਮੈਨੂੰ ਜਦੋਂ ਮਰਜ਼ੀ ਬਹਾ ਲਿਓ, ਮੈਂ ਆਪੇ ਜਾ ਕੇ ਬਹਿ ਜਾਊਂਗਾ ਜਿੱਥੇ ਕੁਝ ਗਲਤ ਹੋ ਰਿਹਾ ਹੋਵੇ। ਅਸੀਂ ਆਪ ਥੋੜ੍ਹੀ ਸਿਆਸਤ 'ਚ ਆ ਰਹੇ ਹਾਂ। ਅਸੀਂ ਤਾਂ ਇਹ ਕਹਿ ਰਹੇ ਹਾਂ ਜਿਹੜੇ ਸਾਡੇ ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਸਿਆਸਤਦਾਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ। ਸਿਆਸੀ ਰੂਪ ਮੋਰਚੇ ਨੇ ਨਹੀਂ ਲਿਆ, ਮੋਰਚੇ ਨੇ ਲੋਕਾਂ ਦੇ ਅਹਿਸਾਸਾਂ ਨੂੰ ਜਾਂ ਅੱਜ ਪੰਜਾਬ ਦੀ ਜੋ ਲੋੜ ਆ ਉਸ ਲੋੜ ਨੂੰ ਸੰਬੋਧਨ ਕੀਤਾ। ਸਵਾਲ ਤੁਹਾਡੇ ਤੇ ਉੱਠ ਰਿਹਾ ਹੈ ਕਿ ਤੁਹਾਨੂੰ RSS ਵਾਲਿਆਂ ਨੇ ਭੇਜਿਆ, ਕਈ ਥਾਵਾਂ ਉੱਤੇ ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਹੈ, ਕਮੈਂਟਸ ਦੇ ਵਿੱਚ ਚਰਚਾ ਹੁੰਦੀ ਹੈ। ਤੁਸੀਂ ਸੰਨੀ ਦਿਓਲ ਹੋਰਾਂ ਨਾਲ ਰਹੇ ਤੇ ਅੱਜ ਤੁਸੀਂ ਕੇਂਦਰ ਦੇ ਵਿਰੋਧੀ ਬੋਲ ਰਹੇ ਹੋ, ਉਹਨਾਂ ਨੀਤੀਆਂ ਦੇ ਵਿਰੋਧੀ ਬੋਲ ਰਹੇ ਹੋ। ਫਿਰ ਸੰਨੀ ਦਿਓਲ ਹੋਰਾਂ ਨਾਲ ਰਹਿਣਾ, ਉਹਨਾਂ ਦੀ ਸਪੋਰਟ ਕਰਨ ਦੇ ਪਿੱਛੇ ਕੀ ਕਾਰਨ ਰਿਹਾ ਤੁਹਾਡਾ? ਸ਼ੰਭੂ ਮੋਰਚਾ ਪੰਚਾਇਤ ਦੇ ਵੱਲੋਂ ਦੀਪ ਸਿੱਧੂ, ਜੋਗਾ ਸਿੰਘ ਚੱਪੜ, ਹਰਪ੍ਰੀਤ ਦੇਵਗਨ, ਹਾਕਮ ਸਿੰਘ, ਅਜੇਪਾਲ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਿਆਸੀ ਅਤੇ ਸਮਾਜਿਕ ਧਿਰਾਂ ਬਣਾਉਣ ਦਾ ਐਲਾਨ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਹੈ ਕਿ ਰਾਸੀ ਧਿਰ ਆਪਣੇ ਮਨਸੂਬਿਆਂ ਤੋਂ ਨਾ ਡੋਲੇ, ਇਸ ਲਈ ਸਮਾਜਿਕ ਧਿਰ ਉਸ ਉੱਤੇ ਪੈਰਾ ਦੇਵੇਗੀ। ਅਸੀਂ ਆਪ ਥੋੜ੍ਹੀ ਸਿਆਸਤ 'ਚ ਆ ਰਹੇ ਹਾਂ। ਅਸੀਂ ਤਾਂ ਇਹ ਕਹਿ ਰਹੇ ਹਾਂ ਜਿਹੜੇ ਸਾਡੇ ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਸਿਆਸਤਦਾਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ, ਹਨਾ। ਸੋ ਸਿਆਸੀ ਰੂਪ ਮੋਰਚੇ ਨੇ ਨਹੀਂ ਲਿਆ, ਮੋਰਚੇ ਨੇ ਲੋਕਾਂ ਦੇ ਅਹਿਸਾਸਾਂ ਨੂੰ ਜਾਂ ਅੱਜ ਪੰਜਾਬ ਦੀ ਜੋ ਲੋੜ ਆ ਉਸ ਲੋੜ ਨੂੰ ਸੰਬੋਧਨ ਕੀਤਾ, ਹਨਾ। ਇਕੱਲਾ ਸਿਆਸੀ ਧਿਰ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਨਾਲ ਦੀ ਨਾਲ ਇੱਕ ਪਹਿਰੇਦਾਰੀ ਸਿਸਟਮ, ਇੱਕ ਸਮਾਜਿਕ ਧਿਰ ਦੀ ਵੀ ਗੱਲ ਕਰ ਰਹੇ ਹਾਂ, ਜਿਹੜੀ ਉਹ ਸਿਆਸਤ ਤੇ ਬੰਦਿਆਂ ਤੇ ਪਹਿਰਾ ਦੇਊਗੀ ਤਾਂ ਕਿ ਉਹ ਪੰਜਾਬ ਦੇ ਹੱਕਾਂ ਤੋਂ ਥਿੜਕਣ ਨਾ। ਦੀਪ ਸਿੱਧੂ ਨੇ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਬੈਂਸਪਰਾ, ਛੋਟੇ ਪੂਰ ਸਣੇ ਤਮਾਮ ਉਹਨਾਂ ਸਿਆਸਤਦਾਨਾਂ ਨੂੰ ਇਸ ਧਿਰ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਜੋ ਸੂਬੇ ਦੇ ਹਿੱਤਾਂ ਦੀ ਗੱਲ ਕਰਦੇ ਨੇ। ਦੀਪ ਸਿੱਧੂ ਜੀ, ਜਿੱਦਾਂ ਕਿ ਸ਼ੰਭੂ ਮੋਰਚੇ ਪੰਚਾਇਤ ਨੇ ਜਿਹੜਾ ਐਲਾਨ ਕੀਤਾ ਹੈ, ਇਹਦੇ ਵਿੱਚ ਤੁਸੀਂ ਕਿਹੜੇ ਸਿਆਸਤਦਾਨਾਂ ਨੂੰ ਫੋਕਸ ਕੀਤਾ ਹੈ ਕਿ ਕਿੰਨਾਂ ਨਾਲ ਤੁਸੀਂ ਰਾਬਤਾ ਕਾਇਮ ਕਰੋਗੇ? ਤੁਹਾਨੂੰ ਕਿਹੜੇ ਲੱਗਦਾ ਕਿ ਪੰਜਾਬ ਦੇ ਹਿੱਤਾਂ ਲਈ ਜਿਹੜੇ ਗੱਲ ਕਰਦੇ ਨੇ? ਦੇਖੋ, ਮੇਰੇ ਕੋਲੇ ਹਜੇ ਤਾਂ ਕੁਛ ਕੁ ਨਾਮ ਹੀ ਆ, ਹੋਰ ਬਥੇਰੇ ਨਾਮ ਆਉਣਗੇ, ਹਨਾ। ਹਜੇ ਡਾਕਟਰ ਗਾਂਧੀ ਆ, ਔਰ ਆਪਣੇ ਨਵਜੋਤ ਸਿੰਘ ਸਿੱਧੂ ਆ, ਔਰ ਆਪਣਾ ਖਹਿਰਾ ਸਾਹਿਬ ਆ, ਬੈਂਸ ਸਾਹਿਬ ਆ, ਇਸੇ ਤਰ੍ਹਾਂ ਪ੍ਰਗਟ ਬਾਈ ਆ। ਸੋ ਇਹ ਜਿਹੜੇ ਨਾਂ ਮੈਂ ਤੁਹਾਨੂੰ ਹਜੇ ਦੱਸ ਸਕਦਾ। ਫਿਰ ਸਾਡਾ ਲੱਖਾ ਬਾਈ ਆ, ਮੰਨਾ ਬਾਈ ਆ, ਹਨਾ। ਇਹ ਨਾਂ ਤਾਂ ਮੈਂ ਤੁਹਾਡੇ ਨਾਲ ਹਜੇ ਸਾਂਝੇ ਕਰ ਸਕਦਾ ਜਿੰਨੇ ਮੈਨੂੰ ਮੇਰੇ ਹਜੇ ਜ਼ਿਹਨ 'ਚ। ਪਰ ਹੋਰ ਬਥੇਰੇ ਨਾਂ ਹੋਣਗੇ ਜਿਨ੍ਹਾਂ ਨਾਲ, ਕਿਉਂਕਿ ਬਹੁਤ ਇਮਾਨਦਾਰ ਬੰਦੇ ਬੈਠੇ ਆ ਜਿਹੜੇ ਬੰਦੇ ਪੰਜਾਬ ਖਾਤਰ ਕੁਛ ਕਰਨਾ ਚਾਹੁੰਦੇ ਆ, ਪੰਜਾਬ ਦੇ ਹੱਕਾਂ ਖਾਤਰ ਉਹ ਲੜਨਾ ਚਾਹੁੰਦੇ ਆ। ਉਹਨਾਂ ਬੰਦਿਆਂ ਨੂੰ ਸਾਰਿਆਂ ਨਾਲ ਅਸੀਂ ਰਾਬਤਾ ਆਪਦਾ ਬਣਾਵਾਂਗੇ ਤੇ ਉਹਨਾਂ ਨੂੰ ਲੈ ਕੇ ਆਵਾਂਗੇ। ਦੀਪ ਸਿੱਧੂ ਨੇ ਆਖਿਆ ਕਿ ਅੱਜ ਸੂਬਿਆਂ ਦੇ ਅਧਿਕਾਰਾਂ ਉੱਤੇ ਕੇਂਦਰ ਡਾਕਾ ਮਾਰ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਦਿਲਾਂ ਵਿੱਚ ਰੋਸ ਹੈ। ਲੋਕ ਖੁਦ ਮੁਖਤਿਆਰੀ ਦੀ ਮੰਗ ਕਰ ਰਹੇ ਨੇ। ਉਹਨਾਂ ਆਖਿਆ ਹੈ ਕਿ ਸਾਡਾ ਖਾਲਿਸਤਾਨ ਕੀ ਹੈ? ਅਸੀਂ ਵਾਧੂ ਅਧਿਕਾਰਾਂ ਦੀ ਮੰਗ ਕਰਦੇ ਹਾਂ, ਆਪਣੇ ਹੱਕ ਮੰਗਦੇ ਹਾਂ। ਅਸੀਂ ਭਾਰਤ ਦੇ ਵਿੱਚ ਆਜ਼ਾਦੀ ਮੰਗਦੇ ਹਾਂ, ਨਾ ਕਿ ਭਾਰਤ ਤੋਂ ਆਜ਼ਾਦੀ ਮੰਗਦੇ। ਉਹਨਾਂ ਆਖਿਆ ਹੈ ਕਿ ਅੱਜ ਕੈਨੇਡਾ ਦੇ ਸੂਬਿਆਂ ਦੇ ਵੱਖਰੇ ਝੰਡੇ ਨੇ, ਇਸ ਨਾਲ ਕੀ ਕੈਨੇਡਾ ਟੁੱਟ ਗਿਆ? ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਕੋਲੇ ਜਦੋਂ ਤੱਕ ਆਪਦੀ ਸਿਆਸਤ ਨਹੀਂ ਹੋਊਗੀ, ਪੰਜਾਬ ਦੇ ਮਸਲੇ ਜੇ ਹੱਲ ਹੋ ਜਾਣਗੇ, ਪੰਜਾਬ ਦੀ ਇਹ ਸਿਆਸੀ ਲੜਾਈ 'ਚ ਪੰਜਾਬ ਦੀ ਕੋਈ ਬਹੁਤ ਵੱਡੀ ਸ਼ਮੂਲੀਅਤ ਕਰ ਸਕਦਾ ਸੈਂਟਰ ਕੋਲੇ ਜਾ ਕੇ, ਉਹ ਨਹੀਂ ਹੋ ਸਕਦਾ। ਕਿਸਾਨ ਜਥੇਬੰਦੀਆਂ ਦੀ ਇੱਕ ਲਿਮਿਟੇਸ਼ਨ ਆ, ਨਹੀਂ ਕਰ ਸਕਦੀਆਂ। ਉਹਨਾਂ ਨੂੰ ਵੀ ਪਤਾ ਜੋ ਕਿਸੇ ਸੋਧ ਦੀ ਵੇਟ ਕਰ ਰਹੀਆਂ ਜਾਂ ਕਿਸੇ ਰਿਆਇਤ ਦੀ ਵੇਟ ਕਰ ਰਹੀਆਂ। ਪੰਜਾਬ ਨੂੰ ਆਪਦੀ ਸਿਆਸਤ ਖੜੀ ਕਰਨੀ ਪੈਣੀ ਆ, ਔਰ ਉਹ ਸਿਆਸਤ ਜਿਹੜੀ ਪਹਿਲਾਂ ਪੰਜਾਬ ਦੀ ਗੱਲ ਕਰੇ, ਉਦੋਂ ਬਾਅਦ
ਦਿੱਲੀ ਦੇ ਨਾਲ ਜਾ ਕੇ ਕੋਈ ਗੱਲਬਾਤ ਹੋਵੇ। ਜੇ ਸਾਡੀ ਸਿਆਸਤ ਜਾਂ ਜੇ ਸਿਆਸਤ ਦਾ ਸੰਬੰਧ ਦਿੱਲੀ ਨਾਲ ਹੋਊਗਾ ਫਿਰ ਸਾਡੇ ਮਸਲੇ ਨਹੀਂ ਹੱਲ ਹੋ ਸਕਦੇ ਜਾਂ ਕਿਸੇ ਵੀ ਸੂਬੇ ਦੇ ਮਸਲੇ ਨਹੀਂ ਹੱਲ ਹੋ ਸਕਦੇ, ਕਿਉਂਕਿ ਆਪਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਦੀ ਗੱਲ ਕਰ ਰਹੇ ਹਾਂ ਇੱਥੇ। ਔਰ ਪਾਵਰ ਨੂੰ ਇੰਨਾ ਕੰਸੋਲੀਡੇਟ ਕੀਤਾ ਜਾ ਚੁੱਕਿਆ, ਸੈਂਟਰ ਇੰਨਾ ਕੰਸੋਲੀਡੇਟ ਕਰ ਲਿਆ, ਪੀਐਮਓ ਨੇ ਇੰਨਾ ਪਰਸਨਲਾਈਜ਼ ਕਰ ਲਿਆ। ਅੱਜ ਤੁਸੀਂ ਦੇਖੋ ਮੋਦੀ ਗਵਰਨਮੈਂਟ ਨੂੰ ਅਸੀਂ ਸੰਬੋਧਨ ਵੀ ਕਰਦੇ ਹਾਂ ਤਾਂ ਮੋਦੀ ਗਵਰਨਮੈਂਟ ਕਹਿ ਕੇ ਸੰਬੋਧਨ ਕਰਦੇ ਹਾਂ, ਬੀਜੇਪੀ ਨਹੀਂ ਕਰਦੇ। ਇਹ ਮੈਟਾਫਰ ਹੀ ਸਾਨੂੰ ਕਲੀਅਰ ਕਰ ਦਿੰਦਾ ਵੀ ਕਿੱਡੀ ਜ਼ਿਆਦਾ ਪਰਸਨਲਾਈਜ਼ ਹੋ ਗਈ ਆ ਪਾਵਰ। ਉੱਥੇ ਦੋ ਹੀ ਬੰਦਿਆਂ ਕੋਲੇ ਪਾਵਰ ਵਸਦੀ ਆ, ਇੱਕ ਪੀਐਮਓ ਕੋਲੇ, ਇੱਕ ਹੋਮ ਮਿਨਿਸਟਰ ਕੋਲੇ। ਸਾਡੇ ਕੋਲੇ ਖਹਿਰਾ ਸਾਹਿਬ ਵੀ ਆਏ, ਸਾਡੇ ਕੋਲੇ ਡਾਕਟਰ ਗਾਂਧੀ ਵੀ ਆਏ, ਸਾਡੇ ਕੋਲੇ ਬੈਂਸ ਸਾਹਿਬ ਵੀ ਆਏ, ਸਾਡੇ ਕੋਲੇ ਹੋਰ ਵੀ ਬੜੇ ਸੁਹਿਰਦ ਲੋਕ ਆਏ, ਮੋਰਚੇ ਤੇ ਬੋਲ ਕੇ ਗਏ। ਔਨ ਕੈਮਰਾ ਉਹਨਾਂ ਨੇ ਇਹ ਗੱਲ ਕਹੀ, ਅਸੀਂ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋਣ ਲਈ ਤਿਆਰ ਹਾਂ। ਔਰ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਵੀ ਜੇ ਇੱਕ ਲਾਈਨ ਬਣਾ ਲਓ, ਮੈਂ ਉਹ ਲਾਈਨ 'ਚ ਸਭ ਤੋਂ ਪਿੱਛੇ ਖੜਾ ਹੋਊਂਗਾ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਹੈ ਤਾਂ। ਹੁਣ ਅਗਲੀ ਗੱਲ, ਜਿਹੜੀਆਂ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਕੈਪਟਨ ਸਾਹਿਬ ਕਾਂਗਰਸ ਨਾਲ ਜੁੜੇ ਹੋਏ ਆ, ਉਹ ਕਾਂਗਰਸ ਚੱਲਦਾ, ਉਹਦਾ ਸੰਚਾਲਨ ਦਿੱਲੀ ਤੋਂ ਹੁੰਦਾ, ਆਪ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਇਸੇ ਤਰ੍ਹਾਂ ਬੀਜੇਪੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ। ਜਿਹੜੀ ਪਾਰਟੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਉਹ ਪਾਰਟੀ ਜੇ ਅਸੀਂ ਕਹੀਏ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਆ ਤਾਂ ਇਹ ਅਸੀਂ ਪਿਛਲੇ 73 ਸਾਲਾਂ ਦਾ ਇਤਿਹਾਸ ਦੇਖ ਲਿਆ, ਸਾਡੇ ਕੋਲ ਹਨੇਰਾ ਹੀ ਹਨੇਰਾ ਪਿਆ। ਕੋਈ 1-2 ਸਾਲਾਂ ਦਾ ਹੀ ਚਾਨਣ ਦਿਖਾ ਦਿਓ ਮੈਨੂੰ, ਚਾਹੇ ਕਿਸਾਨਾਂ ਦਾ ਮੋਰਚਾ ਹੋਵੇ, ਚਾਹੇ ਬਰਗਾੜੀ ਦਾ ਮੋਰਚਾ ਹੋਵੇ, ਚਾਹੇ ਸਰਬੱਤ ਖਾਲਸਾ ਹੋਵੇ, ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ, ਕਿਸੇ ਨਾ ਕਿਸੇ ਗੁੱਸੇ ਦਾ ਜਿਹੜਾ ਉਭਾਰ ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਪਿਆ ਹੁੰਦਾ, ਉਹਦਾ ਪ੍ਰਗਟਾਵਾ ਹੀ ਹੁੰਦਾ। ਅੰਦੋਲਨ ਤਾਂ ਉੱਥੋਂ ਹੀ ਉੱਠਦਾ, ਪਰ ਉਹ ਅੰਦੋਲਨ 'ਚ ਕਦੇ ਵੀ ਇੱਕ ਮਸਲਾ ਨਹੀਂ ਹੁੰਦਾ, ਬਹੁਤ ਪੱਖੀ ਹੁੰਦਾ ਅੰਦੋਲਨ। ਉਹਦੇ 'ਚ ਬੜੇ ਮਸਲੇ ਹੁੰਦੇ ਆ ਜਿਨ੍ਹਾਂ ਨੂੰ ਵਿਚਾਰਨਾ ਪੈਂਦਾ ਹੁੰਦਾ। ਅੱਜ ਸਾਨੂੰ 25-30 ਦਿਨ ਹੋ ਗਏ ਇਸ ਅੰਦੋਲਨ ਦਾ ਪਾਰਟ ਬਣੇ ਹੋਏ, ਕਿਤੇ ਇੱਕ ਵੀ ਇਹੋ ਜਿਹੀ ਘਟਨਾ, ਕਿਤੇ ਇੱਕ ਵੀ ਇਹੋ ਜਿਹਾ ਇਨਸੀਡੈਂਟ ਹੋਇਆ ਹੋਵੇ ਜਦੋਂ ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਲੀਹ ਤੋਂ ਲਾਇਆ ਹੋਵੇ। ਉਹਨਾਂ ਦੇ ਨਾਲ ਖੜੇ ਆ, ਅੱਜ ਵੀ ਖੜੇ ਆ, ਕੱਲ੍ਹ ਵੀ ਖੜੇ ਰਹਾਂਗੇ। ਔਰ ਅਗਲੀ ਗੱਲ, ਜਦੋਂ ਆਪਾਂ ਕੋਈ ਥਿਊਰੀ ਦੇ ਰਹੇ ਹਾਂ ਜਾਂ ਜਦੋਂ ਉਹਦਾ ਨੈਰੇਟਿਵ ਦੇ ਰਹੇ ਹਾਂ, ਉਦੋਂ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨ ਵਾਲਾ ਜਿਹੜਾ ਫੈਡਰਲ ਸਿਸਟਮ 1947 'ਚ ਸਾਡੇ ਸੰਵਿਧਾਨ ਨੇ ਕ੍ਰੀਏਟ ਕੀਤਾ ਸੀ, ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਕਰ ਰਹੇ ਹਾਂ। ਉਹਨੂੰ ਤਰਮੀਮਾਂ ਕਰ ਸੈਂਟਰ ਸਰਕਾਰ ਸਮੇਂ ਤੋਂ ਉਹਨਾਂ ਨੇ ਫੈਡਰਲ ਦੀ ਜਗ੍ਹਾ ਉਹਨੂੰ ਸੈਂਟਰਲਾਈਜ਼ ਕਰ ਲਿਆ। ਸੈਂਟਰਲਾਈਜ਼ ਕਰਕੇ ਅੱਜ ਅਸੀਂ ਫਾਰਸ਼ੀਵਾਦ ਸਰਕਾਰ ਦੀ ਗੱਲ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਸਾਰੀ ਪਾਵਰ ਸੈਂਟਰਲਾਈਜ਼ ਹੋ ਚੁੱਕੀ ਹੈ। ਅਸੀਂ ਤਾਂ ਉਸ ਫੈਡਰਲ ਢਾਂਚੇ ਨੂੰ ਪ੍ਰੋਟੈਕਟ ਕਰ ਰਹੇ ਹਾਂ। ਹੁਣ ਕਿਵੇਂ ਕਰ ਰਹੇ ਹਾਂ? ਤੁਸੀਂ ਦੇਖੋ, ਮਾਡਰਨਾਈਜੇਸ਼ਨ ਦੀ ਗੱਲ ਕਰਦੇ ਹਾਂ ਜਾਂ ਮਾਡਰਨਿਟੀ ਦੀ ਗੱਲ ਕਰਦੇ ਹਾਂ ਅਸੀਂ। ਅੱਜ ਕੈਨੇਡਾ ਕੋਲੇ, ਹਰ ਸਟੇਟ ਕੋਲੇ ਵੱਖਰੇ ਵੱਖਰੇ ਝੰਡੇ ਆ। ਕੈਨੇਡਾ ਟੁੱਟ ਗਿਆ, ਉਹਨਾਂ 'ਚ ਵੱਖਵਾਦ ਆ ਗਿਆ, ਔਰ ਫਿਰ ਵੀ ਕੈਨੇਡਾ ਇੱਕ ਯੂਨੀਅਨ ਦਾ ਪਾਰਟ ਆ। ਅਮਰੀਕਾ ਦੇ ਹਰ ਸਟੇਟ ਕੋਲੇ ਜੇ ਤੁਸੀਂ ਦੇਖੋਗੇ, ਉਹਨਾਂ ਦੀ ਕਨਸਟੀਟਿਊਸ਼ਨ ਪੜ੍ਹੋਗੇ ਤਾਂ ਸਟੇਟ ਲਾਜ਼ ਆ ਜਿਹੜੇ, ਦੇ ਆਰ ਮਚ ਸਟਰੋਂਗਰ ਦੈਨ ਦ ਲਾਜ਼ ਆਫ ਦ ਯੂਨੀਅਨ। ਐਂਡ ਵੇਅਰਐਵਰ ਦੇਰ ਇਜ਼ ਅ ਕੌਨਫਲਿਕਟ, ਸਟੇਟ ਲਾਜ਼ ਪ੍ਰੀਵੇਲ ਓਵਰ ਦ ਯੂਨੀਅਨ ਲਾਜ਼। ਇਹ ਹੁੰਦਾ ਫੈਡਰਲ ਸਟਰਕਚਰ। ਸੋ ਅਗਲੀ ਗੱਲ, ਆਪਾਂ ਯੂਰਪ ਸਿਵਲਾਈਜੇਸ਼ਨ ਸਭ ਤੋਂ ਓਲਡੈਸਟ ਸਿਵਲਾਈਜੇਸ਼ਨ ਆ, ਇਵੋਲਵ ਹੋਈ ਸਿਵਲਾਈਜੇਸ਼ਨ ਆ। ਜਦੋਂ ਤੱਕ ਤੁਸੀਂ ਦੇਖੋ, ਸਵਿਟਜ਼ਰਲੈਂਡ ਦੀ ਐਗਜ਼ਾਮਪਲ ਆ, 22 ਉੱਥੇ ਜਿਹੜੇ ਕੈਂਟੋਜ਼ ਆ ਸਵਿਟਜ਼ਰਲੈਂਡ 'ਚ, ਔਰ ਉਹਨਾਂ ਦਾ ਮੋਟੋ ਹੀ ਸਵਿਟਜ਼ਰਲੈਂਡ ਦਾ ਇਹ ਆ, ਸਮਾਲ ਇਜ਼ ਬਿਊਟੀਫੁਲ। ਜਿਹੜਾ ਕੋਈ 100-200 ਬੰਦੇ ਵੀ ਖੜੇ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਵੱਖ ਆ, ਉਹ ਕਹਿੰਦੇ ਲੈ ਲਓ, ਇਹਦੇ 'ਚ ਕੀ ਪ੍ਰੋਬਲਮ ਆ। ਸੋ ਜਦੋਂ ਤੱਕ ਉਹ ਮਾਡਲ ਰੈਪਲੀਕੇਟ ਨਹੀਂ ਹੋਣਗੇ, ਅਸੀਂ ਫੈਡਰਲ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਅਸੀਂ ਡੀਡਿਫਾਈਨ ਨਹੀਂ ਕਰਾਂਗੇ। ਤੁਸੀਂ ਕਹੋ ਜੇ ਅਸੀਂ, ਪਰ ਹੁਣ ਸਾਨੂੰ ਉਲਝਾਉਣਾ ਤਾਂ ਜਿਹੜੇ ਮਰਜ਼ੀ ਪਾਸੇ ਉਲਝਾ ਲਓ, ਖਾਲਿਸਤਾਨ ਤੇ ਉਲਝਾ, ਇਹ ਸਰਕਾਰਾਂ ਉਲਝਾਉਂਦੀਆਂ। ਖਾਲਿਸਤਾਨ ਦੀ ਗੱਲ ਕਿਉਂ ਆਉਂਦੀ ਆ? ਤੁਸੀਂ ਅਨੰਦਪੁਰ ਸਾਹਿਬ ਮਤਾ ਪੜ੍ਹ ਲਓ, ਸਿਰਫ ਖੁਦ ਮੁਖਤਿਆਰੀ ਦੀ ਗੱਲ ਸੀ, ਔਰ ਉਹ ਕਹਿੰਦੇ ਸੀ ਇਕੱਲੇ ਪੰਜਾਬ ਨੂੰ ਨਾ ਦਿਓ, ਸਾਰੇ ਸੂਬਿਆਂ ਨੂੰ ਦਿਓ। ਇਹਨਾਂ ਨੇ ਵਾਇਲੈਂਸ ਵੱਲ ਧੱਕਤਾ। ਉੱਥੇ ਪੋਲੀਟੀਕਲ ਡਿਪਲੋਮੇਸੀ ਨਹੀਂ ਹੋ ਸਕਦੀ ਸੀ। ਤੁਹਾਨੂੰ ਲੱਗਦਾ ਜਿਹੜੇ ਸਿੰਘ ਉੱਥੇ ਲੜੇ ਆ, ਜਿਹੜੇ ਖਾੜਕੂ ਸਿੰਘ ਲੜੇ ਆ, ਉਹਨਾਂ ਨਾਲ ਟੇਬਲ ਤੇ ਨਹੀਂ ਬੈਠ ਸਕਦੇ ਸੀ? ਕਿਸੇ ਵੀ ਸੰਘਰਸ਼ ਦੀ ਕਲਮੀਨੇਸ਼ਨ ਤਾਂ ਟੇਬਲ ਤੇ ਹੈ ਨਾ, ਪੋਲੀਟੀਕਲ ਡਿਪਲੋਮੇਸੀ ਤੇ ਹੈ ਨਾ। ਸਰਕਾਰਾਂ ਨੂੰ ਮਜਬੂਰ ਕਰਨ ਵਾਸਤੇ ਸੰਘਰਸ਼ ਲੜੇ ਜਾਂਦੇ ਆ ਵੀ ਇੱਕ ਮਿੰਟ, ਵੀ ਉਹ ਟੇਬਲ ਤੇ ਆਉਣ ਤੇ ਟੇਬਲ ਤੇ ਆ ਕੇ ਸਾਡੇ ਨਾਲ ਉਹ ਗੱਲਬਾਤ ਕਰਨ। ਕਦੇ ਸਰਕਾਰਾਂ ਗੱਲ ਹੀ ਨਹੀਂ ਕਰਦੀਆਂ। ਹਾਂਜੀ, ਤੁਸੀਂ ਇਸ ਗੱਲ ਦਾ ਸਮਰਥਨ ਕਰਦੇ ਹੋ ਕਿ ਸੂਬੇ ਦੇ ਅਧਿਕਾਰਾਂ ਦੀ ਜੇਕਰ ਰੱਖਿਆ ਕਰਨੀ ਹੈ ਤੇ ਖਾਲਿਸਤਾਨ ਆਖਰੀ ਆਪਸ਼ਨ ਹੈ? ਨਹੀਂ ਜੀ, ਨਹੀਂ। ਦੇਖੋ, ਇਹ ਗੱਲ ਤੁਸੀਂ ਕਿਤੇ ਹੋਰ ਲੈ ਕੇ ਜਾ ਰਹੇ ਹੋ। ਗੱਲ ਪਤਾ ਕਿੱਥੋਂ ਨਿਕਲਦੀ ਆ? ਗੱਲ ਉੱਥੋਂ ਨਿਕਲਦੀ ਆ ਜਦੋਂ ਤੁਹਾਡੇ ਕੋਲੋਂ
ਤੁਹਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਂਦੇ ਆ। ਤੁਹਾਨੂੰ ਬੋਲਣ ਦਾ ਹੱਕ ਨਹੀਂ, ਤੁਹਾਨੂੰ ਸੋਚਣ ਦਾ ਹੱਕ ਨਹੀਂ, ਤੁਹਾਨੂੰ ਲਿਖਣ ਦਾ ਹੱਕ ਨਹੀਂ, ਤੁਹਾਨੂੰ ਖਾਣ ਦਾ ਪਹਿਨਣ ਦਾ ਹੱਕ ਨਹੀਂ। ਤੁਹਾਡੀ ਸਰਕਾਰ ਕੀ ਕਰਦੀ ਆ, ਸਟੇਟ ਕੀ ਕਰ ਰਹੀ ਹੈ? ਦੇਖੋ, ਸਟੇਟ ਤੁਹਾਨੂੰ ਫਿਜ਼ੀਕਲੀ ਕਨਫਾਈਨਮੈਂਟ 'ਚ ਜਾਂ ਕਨਫਾਈਨ ਕਰਕੇ ਨਹੀਂ ਰੱਖਦੀ। ਉਹਨਾਂ ਨੂੰ ਪਤਾ ਫਿਜ਼ੀਕਲੀ ਤਾੜਨ ਵਾਸਤੇ ਅਸੀਂ ਜੇਲ੍ਹਾਂ 'ਚ ਥਾਣਿਆਂ 'ਚ ਰੱਖਾਂਗੇ, ਬਹੁਤ ਵੱਡੇ ਇਨਫਰਾਸਟ੍ਰਕਚਰ ਤੇ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਆ। ਇਹਨਾਂ ਨੂੰ ਮਾਨਸਿਕ ਤੌਰ ਤੇ ਫੜੋ। ਅੱਜ ਆ ਜਿਹੜੇ ਸਾਡੇ ਹੱਥਾਂ 'ਚ ਮੋਬਾਈਲ ਦਿੱਤੇ ਹੋਏ ਆ, ਇਹ ਉਹਨਾਂ ਨੇ ਮਾਨਸਿਕ ਤੌਰ ਤੇ ਹੀ ਸਾਡੇ ਤੇ ਗਲਬਾ ਪਾਇਆ ਹੋਇਆ ਨਾ। ਇੱਕ ਇੱਕ ਮੂਵਮੈਂਟ ਦੀ, ਇੱਕ ਇੱਕ ਚੀਜ਼ ਦੀ ਉਹਨਾਂ ਨੂੰ ਤੁਹਾਡੇ 'ਚ ਕਿੱਥੇ ਜਾ ਰਹੇ ਹੋ, ਕੀ ਸੋਚ ਰਹੇ ਹੋ, ਕੀ ਇੰਟਰਸਟ ਆ, ਹਰ ਚੀਜ਼ ਦੀ ਖਬਰ। ਹੁਣ ਜਦੋਂ ਸਾਡੇ ਤੋਂ ਸਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਣਗੇ, ਮਾਨਸਿਕ ਗਲਬੇ ਸਾਡੇ ਤੇ ਪਾਏ ਜਾਣਗੇ, ਪੰਜਾਬ ਨੂੰ ਪੰਜਾਬ ਦੇ ਹੱਕ ਲੈਣ ਦੇ ਹੀ ਫੈਸਲੇ ਨਹੀਂ ਆ, ਜਿਹੜੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਨਹੀਂ ਆ, ਜਦੋਂ ਤੁਹਾਨੂੰ ਧੱਕਦਾ ਇੱਕ ਕਾਰਨਰ 'ਚ, ਤੁਸੀਂ ਉਦੋਂ ਆਪਦੀ ਖੁਦ ਮੁਖਤਿਆਰੀ ਦੀ ਗੱਲ ਕਰੋਗੇ। ਅਸੀਂ ਉਹੀ ਕਰ ਰਹੇ ਹਾਂ ਨਾ। ਅੱਜ ਕਿੱਥੇ ਆ ਕੇ ਬਹਿ ਗਏ ਆ? ਅੱਜ ਆਪਾਂ ਦੇਖੋ ਇਸ ਐਜੀਟੇਸ਼ਨ ਨੂੰ ਕਿੰਨੇ ਪੀਸਫੁਲ ਢੰਗ ਨਾਲ ਹੈਂਡਲ ਕੀਤਾ। ਅੱਛਾ, ਉਸ ਤੋਂ ਬਾਅਦ ਸਰਕਾਰ ਫੇਰ ਨਹੀਂ ਆ ਕੇ ਗੱਲ ਕਰਦੀ। ਸਰਕਾਰ ਕਹਿ ਰਹੀ ਆ ਵਿਚੋਲੇ ਆ, ਇਹ ਕਿਸਾਨ ਨਹੀਂ। ਸਰਕਾਰ ਇਹ ਕਹਿ ਰਹੀ ਆ, ਇਹਨੂੰ ਪ੍ਰੋਪੇਗੈਂਡਾ ਪੋਲਿਟਿਕਸ ਵਾਲੇ ਪਾਸੇ ਲੈ ਜਾਂਦੀ ਆ, ਹਨਾ। ਸੋ ਸਰਕਾਰ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਸਰਕਾਰ ਤੁਹਾਨੂੰ ਇੱਕ ਇਹੋ ਜਿਹੇ ਪੁਆਇੰਟ ਤੇ ਲੈ ਕੇ ਆ ਜਾਂਦੀ ਆ ਜਿੱਥੇ ਤੁਹਾਡੇ ਤੇ ਜ਼ੁਲਮ ਤੇ ਜ਼ਬਰ ਕਰਦੀ ਆ, ਤੁਹਾਨੂੰ ਦੱਬਦੀ ਆ, ਤੁਹਾਡੇ ਸੰਘਰਸ਼ ਦਾ ਰੂਪ ਹੀ ਬਦਲ ਦਿੰਦੀ ਆ। ਨਹੀਂ ਜੀ, ਨਹੀਂ, ਇਹਦਾ ਮੈਂ ਜਵਾਬ ਦਿੰਨਾ। ਦੇਖੋ, ਪਹਿਲੀ ਗੱਲ ਤਾਂ ਇਹ ਆ, ਜਿਹੜਾ ਟੈਂਟ ਨਾਲ ਲੱਗਿਆ ਹੋਇਆ ਸਾਡੇ, ਉਹ ਟੈਂਟ 'ਚ ਜਾ ਕੇ ਤੁਸੀਂ ਦੇਖੋ ਕੌਣ ਬੰਦੇ ਬੈਠੇ ਆ। ਉਹ ਟੈਂਟ 'ਚ ਜਾ ਕੇ ਤੁਸੀਂ ਬੰਦੇ ਦੇਖਿਓ, ਉਹਨਾਂ ਦੇ ਇੰਟਰਵਿਊਜ਼ ਲਓ, ਉਹਨਾਂ ਨੂੰ ਮਿਲੋ, ਤੁਹਾਨੂੰ ਕਿਤੇ ਨਾ ਕਿਤੇ ਸਰਕਾਰ ਦਾ ਨੈਕਸਸ ਸਮਝ ਆ ਜਾਊਗਾ। ਠੀਕ ਆ। ਦੂਜੀ ਗੱਲ, ਜਦੋਂ ਸੰਘਰਸ਼ ਨੂੰ ਲੀਹ ਤੋਂ ਲਾ ਕੇ ਕਿਸੇ ਹੋਰ ਪਾਸੇ ਲਾਉਣਾ ਹੋਵੇ ਨਾ, ਉਦੋਂ ਇਹ ਨੈਰੇਟਿਵ ਵਿੱਚ ਦਿੱਤੇ ਜਾਂਦੇ ਹੁੰਦੇ ਆ। ਔਰ ਸਾਡਾ ਖਾਲਿਸਤਾਨ ਕੀ ਆ? ਸਾਡਾ ਖਾਲਿਸਤਾਨ ਇਹ ਆ ਵੀ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ, ਪੰਜਾਬ ਉਹਦੇ ਨਾਲ ਹੀ ਘੜਿਆ ਗਿਆ ਨਾ। ਪੰਜਾਬ ਨੂੰ ਕਿਸਾਨੀ ਤੇ ਸਿੱਖੀ ਤੋਂ ਬਿਨਾਂ ਥੋੜ੍ਹੀ ਕਲਪਿਆ ਜਾ ਸਕਦਾ। ਉਹਨਾਂ ਨੂੰ ਨਾ ਦੱਬੋ। ਸਾਡੇ ਜਿਹੜੇ ਮੂਲ ਅਧਿਕਾਰ ਆ, ਸਾਡੇ ਫੰਡਾਮੈਂਟਲ ਰਾਈਟਸ ਆ, ਉਹਨਾਂ ਨੂੰ ਨਾ ਲੈ ਕੇ ਜਾਓ। ਸਾਡੀ ਵਿਲੱਖਣਤਾ, ਜੇ ਪੰਜਾਬ 'ਚ ਕੋਈ ਅੱਜ ਕਹਿ ਰਿਹਾ ਮੈਂ ਸਿੱਖ ਹਾਂ, ਮੈਂ ਵਿਲੱਖਣ ਆ, ਉਹਨੂੰ ਮਾਣ ਸਨਮਾਨ ਦਿਓ। ਜੇ ਕੋਈ ਕਹਿ ਰਿਹਾ ਮੈਂ ਹਿੰਦੂ ਆ, ਉਹਨੂੰ ਮਾਣ ਸਨਮਾਨ ਦਿਓ। ਕੋਈ ਕ੍ਰਿਸਚਨ ਆ, ਕੋਈ ਮੁਸਲਿਮ ਭਾਈਚਾਰਾ, ਕੋਈ ਹੋਰ ਭਾਈਚਾਰਾ, ਉਹਨਾਂ ਨੂੰ ਮਾਣ ਸਨਮਾਨ ਦਿਓ, ਹਨਾ। ਸੋ ਸਾਡੇ ਵਾਸਤੇ ਜਿਹੜਾ ਇੱਕ ਪੀਸਫੁਲ ਐਟਮੋਸਫੇਅਰ ਆ, ਸਾਡੇ ਵਾਸਤੇ ਪੰਜਾਬ ਦਾ ਇੱਕ ਜਿਹੜਾ, ਜਾਂ ਕਿਸੇ ਵੀ ਖਿੱਤੇ ਦੀ ਇੱਕ ਜਿਹੜੀ ਖੁਦਮੁਖਤਿਆਰੀ ਆ, ਉਹਨੂੰ ਨਾ ਖੋ। ਇੱਥੋਂ ਦੀ ਵੰਨ ਸਵੰਨਤਾ ਨੂੰ ਮਾਣ ਸਨਮਾਨ ਦਿਓ। ਇਹੀ ਸਭ ਚਾਹੁੰਦੇ ਆ ਨਾ। ਇਸ ਦੌਰਾਨ ਸਾਡੇ ਪੱਤਰਕਾਰ ਅਮਨ ਮੋਹਨ ਨਾਲ ਦੀਪ ਸਿੱਧੂ ਨੇ ਖਾਸ ਗੱਲਬਾਤ ਕੀਤੀ। ਉਹਨਾਂ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਪਰ ਤੁਹਾਡੇ ਤੇ ਸਵਾਲ ਜ਼ਰੂਰ ਉੱਠਣਗੇ ਇਸ ਮਾਮਲੇ ਦੇ ਵਿੱਚ, ਕਿਉਂਕਿ ਦੀਪ ਸਿੱਧੂ ਇਸ ਵੇਲੇ ਕੇਂਦਰ ਦੇ ਵਿੱਚ ਹੈ ਕਿਸਾਨੀ ਅੰਦੋਲਨ ਦੇ ਵਿੱਚ। ਸਵਾਲ ਵੱਡਾ ਇਹ ਪੈਦਾ ਹੋ ਰਿਹਾ ਕਿ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਅੰਦੋਲਨ ਸ਼ੁਰੂ ਕੀਤਾ ਸੀ ਅੰਨਾ ਹਜ਼ਾਰੇ ਨੇ, ਉੱਥੋਂ ਆਮ ਆਦਮੀ ਪਾਰਟੀ ਨੇ ਜਨਮ ਲਿਆ, ਤੇ ਉਸ ਚੀਜ਼ ਦਾ ਫਾਇਦਾ ਅਰਵਿੰਦ ਕੇਜਰੀਵਾਲ ਨੇ ਚੁੱਕਿਆ। ਅੱਜ ਕੇਜਰੀਵਾਲ ਤੇ ਸਵਾਲ ਉੱਠਦੇ ਨੇ ਕਿ ਭਾਜਪਾ ਦੇ ਰਾਹ ਦੇ ਉੱਤੇ ਚੱਲ ਰਹੇ ਨੇ। ਤੁਸੀਂ ਵੀ ਚੁੱਕੇ ਨੇ ਇਸ ਸਵਾਲ ਇਹ, ਕੱਲ ਨੂੰ ਤੁਹਾਡੇ ਉੱਤੇ ਵੀ ਸਵਾਲ ਉੱਠ ਸਕਦੇ ਨੇ। ਨਹੀਂ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਜਿਹੜਾ ਕੋਈ ਬੰਦਾ ਜਾਂ ਜਿਹੜੀ ਪਾਰਟੀ ਦਿੱਲੀ ਤੋਂ ਚੱਲਦੀ ਆ, ਉਹ ਤੋਂ ਕਿਨਾਰਾ ਕਰ ਲਓ। ਠੀਕ ਆ। ਅਗਲੀ ਗੱਲ ਮੈਂ ਇਹ ਕਹਿ ਰਿਹਾ ਵੀ ਮੈਂ ਤਾਂ ਲੜ ਹੀ ਨਹੀਂ ਰਿਹਾ ਚੋਣਾਂ, ਮੈਂ ਤਾਂ ਮੇਨ ਸਟ੍ਰੀਮ ਪੋਲਿਟਿਕਸ 'ਚ ਆ ਹੀ ਨਹੀਂ ਰਿਹਾ। ਫਿਰ ਮੈਂ ਤਾਂ ਕੋਈ ਅਹੁਦੇ ਦੇ ਲਈ ਇਹ ਕੰਮ ਕਰ ਰਿਹਾ ਹੋਵਾਂ ਜਾਂ ਕਿਸੇ ਕੁਰਸੀ ਲਈ ਕਰ ਰਿਹਾ ਹੋਵਾਂ, ਇਹ ਗੱਲ ਹੀ ਖਤਮ ਹੋ ਜਾਂਦੀ ਹੈ, ਹੈ ਨਾ। ਮੇਰੀ ਜਿਹੜੀ ਇਦੋਂ ਬਾਅਦ ਕੰਟਰੀਬਿਊਸ਼ਨ ਹੋਊਗੀ ਉਹ ਸੰਘਰਸ਼ ਪੋਲਿਟਿਕਸ 'ਚ ਹੋਊਗੀ। ਮੋਰਚਿਆਂ ਤੇ ਧਰਨਿਆਂ ਤੇ ਮੈਨੂੰ ਜਦੋਂ ਮਰਜ਼ੀ ਭਾਲਿਓ, ਮੈਂ ਆਪੇ ਜਾ ਕੇ ਬਹਿ ਜਾਊਂਗਾ ਜਿੱਥੇ ਕੁਝ ਗਲਤ ਹੋ ਰਿਹਾ ਹੋਵੇ। ਮੇਨ ਸਟ੍ਰੀਮ ਪੋਲਿਟਿਕਸ 'ਚ ਮੈਂ ਨਹੀਂ ਆ। ਤੁਹਾਡੇ ਤੇ ਸਵਾਲ ਤਾਂ ਇਹ ਉੱਠੂਗਾ ਨਾ ਕਿ ਤੁਸੀਂ ਇੱਕ ਤਰੀਕੇ ਨਾਲ ਪਾਰਟੀ ਨੂੰ ਖੜਾ ਕਰਨ ਵਾਲੇ, ਸਾਰਿਆਂ ਨੂੰ ਇਕਜੁੱਟ ਕਰਨ ਵਾਲੇ, ਇੱਕ ਇਸ ਅੰਦੋਲਨ ਦੇ ਵਿੱਚ ਜੋਸ਼ ਭਰਨ ਵਾਲੇ, ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਉਣਾ ਤੇ ਇਹ ਪਾਰਟੀ ਅੱਗੇ ਤੁਸੀਂ ਤੋਰਨ ਵਾਲੇ। ਤੁਹਾਡੇ ਤੇ ਸਵਾਲ ਇਹ ਉੱਠੇਗਾ ਤੁਸੀਂ ਕਿਉਂ ਸਿਆਸਤ ਦੇ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ, ਜਦੋਂ ਤੁਹਾਨੂੰ ਪੰਜਾਬ ਦੇ ਮੁੱਦਿਆਂ ਦੀ ਨੌਲੇਜ ਹੈ, ਤੁਸੀਂ ਬੇਬਾਕੀ ਨਾਲ ਬੋਲਦੇ ਹੋ। ਮੇਰੇ ਕੋਲੇ ਦੇਖੋ ਸਵਾਲ, ਹੁਣ ਪਹਿਲਾਂ ਦਾ ਸਵਾਲ ਤੁਸੀਂ ਇਹ ਉਠਾਉਂਦੇ ਸੀ ਵੀ ਇਹ ਪੋਲੀਟੀਕਲ ਆਪਦਾ ਪਲੇਟਫਾਰਮ ਤਿਆਰ ਕਰ ਰਿਹਾ, ਹੁਣ ਇਹ ਸਵਾਲ ਉਠਾਉਣ ਲੱਗ ਗਏ ਵੀ ਤੁਸੀਂ ਕਿਉਂ ਨਹੀਂ ਆ ਰਹੇ ਪੋਲਿਟਿਕਸ 'ਚ, ਹੈ ਨਾ। ਇਹਦਾ ਸਵਾਲਾਂ ਦਾ ਤਾਂ ਕੋਈ ਅੰਤ ਹੀ ਨਹੀਂ। ਪਰ ਮੈਂ ਆਪਦੇ ਪਰਸਨਲਾਈਜ਼ ਇਸ ਗੱਲ ਨੂੰ ਵੀ ਸਮਝਣਾ ਨਾ, ਮੈਂ ਕਿੱਡਾ ਕਿ ਸਕਸੈਸਫੁਲ ਲੀਡਰ ਬਣ ਸਕਦਾ। ਮੇਰੇ ਕੋਲੇ ਹਜੇ ਟੈਂਪਰਾਮੈਂਟ ਨਹੀਂ ਆ ਮੇਨ ਸਟ੍ਰੀਮ ਪੋਲਿਟਿਕਸ ਦਾ। ਜਦੋਂ ਆ ਗਿਆ ਉਦੋਂ ਆ ਜਾਾਂਗੇ, ਜਦੋਂ ਸੰਗਤ ਨੂੰ ਲੱਗਿਆ ਉਦੋਂ ਆ ਜਾਾਂਗੇ, ਪਰ ਹਜੇ ਮੇਰੇ ਕੋਲੇ ਟੈਂਪਰਾਮੈਂਟ ਨਹੀਂ ਆ ਮੇਨ ਸਟ੍ਰੀਮ ਪੋਲਿਟਿਕਸ ਦਾ। ਮੈਂ ਸੰਘਰਸ਼ ਕਰ ਸਕਦਾ, ਲੜ ਸਕਦਾ, ਪਰ ਮੇਨ ਸਟ੍ਰੀਮ ਪੋਲਿਟਿਕਸ 'ਚ ਬਹੁਤ ਕੁਛ ਚਾਹੀਦਾ ਹੁੰਦਾ। ਤੁਹਾਡੇ ਕੋਲੇ ਹੋਰ ਬੜੀਆਂ ਕੁਆਲਿਟੀਜ਼ ਚਾਹੀਦੀਆਂ, ਤੁਹਾਡੇ 'ਚ ਬੜੀ ਵੱਡੀ ਡਿਪਲੋਮੇਸੀ ਚਾਹੀਦੀ ਹੈ, ਨੈਗੋਸ਼ੀਏਟਰਸ ਬੜੇ ਸਟਰੋਂਗ ਚਾਹੀਦੇ ਹੋ ਤੁਸੀਂ। ਮੈਂ ਬੜਾ ਜਜ਼ਬਾਤੀ ਬੰਦਾ, ਸੋ
ਇਸ ਕਰਕੇ ਉਹ ਬੰਦੇ ਆਉਣ ਜਿਹੜੇ ਇਸ ਮੇਨ ਸਟ੍ਰੀਮ ਪੋਲਿਟਿਕਸ 'ਚ ਪਰਪੱਕ ਆ ਔਰ ਉਹ ਆਲਰੇਡੀ ਪੰਜਾਬ ਕੋਲੇ ਹੈਗੇ ਆ। ਕੋਈ ਨਵੇਂ ਪੈਦਾ ਕਰਾਂਗੇ, ਸਾਨੂੰ ਲੋੜ ਨਹੀਂ, ਇਮਾਨਦਾਰ ਬੰਦੇ ਬੈਠੇ ਆ ਸਾਡੇ ਕੋਲੇ। ਪਰ ਦੀਪ ਸਵਾਲ ਇਹ ਪੈਦਾ ਹੋ ਰਿਹਾ ਕਿ ਲੋਕ ਕਿਸਾਨ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ, ਤੁਸੀਂ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲੈ ਲੈਂਦੇ ਹੋ ਕਿ ਉਹ ਸਿਆਸਤਦਾਨਾਂ ਨਾਲ ਮਿਲੇ ਹੋਏ ਨੇ, ਕੱਲ ਨੂੰ ਇਹਨਾਂ ਦਾ ਅੰਦੋਲਨ ਕਿਸੇ ਨੇਪਰੇ ਨਹੀਂ ਚੜਨਾ। ਕਿਸਾਨ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ ਕਿ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਕੋਈ ਪਲਾਨ ਨਹੀਂ ਹੈਗਾ ਇਸ ਅੰਦੋਲਨ ਲਈ, ਤੁਹਾਡੇ ਕੋਲ ਕੀ ਯੋਜਨਾ ਹੈ, ਕੀ ਪਲਾਨ ਹੈ, ਤੁਸੀਂ ਉਹ ਤਾਂ ਸਾਂਝਾ ਕਰੋ ਨਾ। ਇਹ ਕਿੱਥੋਂ ਆ ਗਿਆ ਸਵਾਲ? ਪਰ ਇਹ ਮੈਂ ਤੁਹਾਨੂੰ ਜਵਾਬ ਹੁਣੇ ਕਹਿ ਕੇ ਹਟਿਓ, ਥੋੜ੍ਹੀ ਦੇਰ ਪਹਿਲਾਂ ਦੇ ਦੇਣਾ। ਮੈਂ ਕਹਿ ਕੇ ਨਹੀਂ ਹਟਿਆ, ਮੈਂ ਕਦੇ ਨਹੀਂ ਉਹਨਾਂ ਨੂੰ ਨਿਸ਼ਾਨੇ ਤੇ ਲਿਆ। ਮੈਂ ਇਹ ਵੀ ਨਹੀਂ ਕਿ ਇਹ ਤਾਂ ਬਹੁਤ ਪਹਿਲਾਂ ਦੀ ਗੱਲ ਆ, ਉਹਨਾਂ ਕੋਲੇ ਪਲਾਨ ਨਹੀਂ। ਉਹ ਸਿਆਸਤਦਾਨਾਂ ਨਾਲ ਕਿਤੇ ਨਾ ਕਿਤੇ ਅੰਦਰ ਜਥੇਬੰਦੀਆਂ ਮਿਲੀਆਂ ਹੁੰਦੀਆਂ, ਤੁਸੀਂ ਇਹ ਗੱਲ ਆਖਦੇ ਹੋ। ਮੈਂ ਗੱਲ ਪਤਾ ਕੀ ਕਹਿ ਰਿਹਾ ਤੁਹਾਨੂੰ, ਜਿਹੜੀ ਜਥੇਬੰਦੀਆਂ ਨਾ ਜਾਂ ਕੋਈ ਵੀ ਟ੍ਰੇਡ ਯੂਨੀਅਨ ਵੀ ਆ, ਉਹਨਾਂ ਨੇ ਕਦੇ ਸਿਆਸੀ ਲੜਾਈ ਲੜੀ ਆ ਅੱਜ ਤੱਕ ਇਤਿਹਾਸ 'ਚ? ਸਿਆਸੀ ਲੜਾਈ ਮੈਨੂੰ ਦੱਸੋ, ਕਦੇ ਨਹੀਂ ਲੜੀ। ਉਹਨਾਂ ਨੇ ਹਮੇਸ਼ਾ ਹੀ ਸੋਧਾਂ ਜਾਂ ਰਿਆਇਤਾਂ ਦੀ ਲੜਾਈ ਲੜੀ ਆ। ਸਿਆਸੀ ਲੜਾਈ ਲੜਨ ਵਾਸਤੇ ਸਿਆਸੀ ਧਿਰ ਚਾਹੀਦੀ ਹੁੰਦੀ ਆ, ਹਨਾ। ਔਰ ਪੰਜਾਬ ਕੋਲੇ ਕੋਈ ਸਿਆਸੀ ਧਿਰ ਹੈਗੀ ਆ? ਇੱਕ ਧਿਰ ਦਾ ਤੁਸੀਂ ਨਾਂ ਗਿਣਾ ਦਿਓ ਜਿਹੜੀ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਕੇ ਇਸ ਲੜਾਈ ਨੂੰ ਲੜ ਰਹੀ ਆ, ਕਿਉਂਕਿ ਇਹ ਸਿਆਸੀ ਲੜਾਈ ਹੋ ਗਈ ਆ। ਇਹ ਲੜਾਈ ਦਿੱਲੀ ਨਾਲ ਆ। ਜੇ ਦਿੱਲੀ ਨਾਲ ਲੜਾਈ ਲੜ ਰਹੇ ਆ, ਕਿਉਂਕਿ ਕਾਨੂੰਨ ਤਾਂ ਉਹਨਾਂ ਨੇ ਬਣਾਏ ਆ ਨਾ, ਤਾਂ ਕਿਹੜੀ ਸਿਆਸੀ ਧਿਰ ਆ ਜਿਹੜੀ ਲੜ ਰਹੀ ਆ ਸਾਡੇ ਨਾਲ ਖੜੇ ਹੋ ਕੇ? ਸਵਾਲ ਇਹ ਕਿ ਤੁਸੀਂ ਕੋਈ ਯੋਜਨਾ ਜਾਂ ਪਲਾਨ ਤੁਹਾਡੇ ਵਿੱਚ ਹੋਵੇ ਕਿ ਇਸ ਅੰਦੋਲਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਹਾਂਜੀ, ਤੇ ਕਿਸਾਨਾਂ ਨੂੰ ਕਿਹੜੀ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਬਿਲਕੁਲ ਉਸੇ ਪਲਾਨ ਅਧੀਨ ਹੀ ਤਾਂ ਕੰਮ ਕਰ ਰਹੇ ਆ ਨਾ, ਉਸੇ ਪਲਾਨ ਅਧੀਨ ਹੀ ਇਹ ਸਟੈਪ ਚੱਕਿਆ। ਜਦੋਂ ਅਸੀਂ ਇਹ ਕਹਿ ਰਹੇ ਹਾਂ ਇਹ ਸਿਆਸੀ ਲੜਾਈ ਆ, ਤੇ ਸਿਆਸਤ ਪੰਜਾਬ ਦੀ ਸਾਨੂੰ ਖੜੀ ਕਰਨੀ ਪਊਗੀ। ਉਹ ਸਿਆਸੀ ਲੜਾਈ ਨੂੰ ਉਹ ਸਿਆਸਤ ਅੱਗੇ ਰਹਿ ਕੇ ਨਾਲ ਲੜੂਗੀ, ਤੇ ਫਿਰ ਇਹ ਉਸੇ ਪਲਾਨ ਅਧੀਨ ਹੀ ਕੰਮ ਹੋ ਰਿਹਾ ਨਾ ਬਾਈ। ਔਰ ਦੂਜੀ ਗੱਲ, ਕਿਸਾਨਾਂ ਦੇ ਨਾਲ ਖੜੇ ਹੋਣਗੇ ਇਹ ਲੀਡਰ ਹੁਣ ਜਾ ਕੇ। ਹੋ ਸਕਦਾ ਕੈਪਟਨ ਸਰਕਾਰ ਨਹੀਂ ਹੋਈ, ਅਕਾਲੀ ਵੀ ਨਹੀਂ ਹੋਇਆ, ਆਪਦੀਆਂ ਰੈਲੀਆਂ ਕਰੀ ਜਾਂਦੇ ਆ। ਇਹ ਸਾਰੇ ਬੰਦੇ ਕਿਸਾਨਾਂ ਦੇ ਨਾਲ ਲੱਗਣਗੇ, ਦਿੱਲੀ ਨਾਲ ਲੜਨਗੇ, ਇਹੀ ਤਾਂ ਪਲਾਨ ਆ। ਦੀਪ ਤੁਹਾਡੇ ਤੇ ਸਵਾਲ ਉੱਠ ਰਹੇ ਨੇ, ਇੱਕ ਲਾਸਟ ਮੇਰਾ ਸਵਾਲ ਗਿਆ ਤੁਹਾਡੇ ਤੇ, ਆਖਰੀ ਸਵਾਲ ਮੇਰਾ ਸਵਾਲ ਤੁਹਾਡੇ ਤੇ ਉੱਠ ਰਿਹਾ ਹੈ ਕਿ ਤੁਹਾਨੂੰ RSS ਵਾਲਿਆਂ ਨੇ ਭੇਜਿਆ, ਕਈ ਥਾਵਾਂ ਉੱਤੇ ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਹੈ, ਕਮੈਂਟਸ ਦੇ ਵਿੱਚ ਚਰਚਾ ਹੁੰਦੀ ਹੈ, ਤੁਸੀਂ ਸੰਨੀ ਦਿਓਲ ਹੋਰਾਂ ਨਾਲ ਰਹੇ ਤੇ ਅੱਜ ਤੁਸੀਂ ਕੇਂਦਰ ਦੇ ਵਿਰੋਧੀ ਬੋਲ ਰਹੇ ਹੋ, ਉਹਨਾਂ ਨੀਤੀਆਂ ਦੇ ਵਿਰੋਧੀ ਬੋਲ ਰਹੇ ਹੋ, ਫਿਰ ਸੰਨੀ ਦਿਓਲ ਹੋਰਾਂ ਨਾਲ ਰਹਿਣਾ, ਉਹਨਾਂ ਦੀ ਸਪੋਰਟ ਕਰਨ ਦੇ ਪਿੱਛੇ ਕੀ ਕਾਰਨ ਰਿਹਾ ਤੁਹਾਡਾ? ਪਹਿਲੀ ਗੱਲ ਤਾਂ ਇਹ ਆ, ਮੈਂ 20 ਦਿਨ ਲਾਏ ਆ ਚੋਣਾਂ 'ਚ ਸਨੀ ਬਾਈ ਕਰਕੇ, ਔਰ ਇਹ ਵੀ ਕਿਹਾ ਵੀ ਸਨੀ ਬਾਈ ਨੂੰ ਵੋਟ ਪਾਓ, ਔਰ BJP ਨੂੰ ਵੋਟ ਕਦੇ ਵੀ ਨਹੀਂ ਮੰਗੀ। ਪਰ ਸਿੱਧੇ ਤੌਰ ਤੇ ਫਾਇਦਾ ਤਾਂ BJP ਨੂੰ ਹੋਣਾ ਸੀ। ਮੈਂ ਤੁਹਾਨੂੰ ਦੱਸਦਾ ਨਾ, ਅਗਲੀ ਗੱਲ, ਸਨੀ ਦਿਓਲ ਨੇ ਤਾਂ ਫਿਰ ਵੀ ਜਿੱਤਣਾ ਸੀ, ਇਹ ਸਾਨੂੰ ਪਤਾ, ਪਰ ਚਲੋ ਮੈਂ ਫਿਰ ਵੀ ਜਵਾਬ ਦੇ ਦਿੰਦਾ। ਅੱਜ ਤੱਕ ਮੈਂ ਕਦੇ ਇਹ ਨਹੀਂ ਕਿਹਾ BJP ਨੂੰ ਵੋਟ ਪਾਓ। ਦੂਜੀ ਗੱਲ, ਜਦੋਂ ਦਾ ਮੈਂ ਆਇਆ ਇੱਕ ਵੀ ਗੱਲ ਕਿਸੇ ਕੇਂਦਰ ਦੇ ਹੱਕ 'ਚ ਕੀਤੀ ਹੋਵੇ, ਕਿਸੇ BJP RSS ਦੇ ਹੱਕ 'ਚ ਕੀਤੀ ਹੋਵੇ, ਇੱਕ ਵੀ ਗੱਲ ਪੰਜਾਬ ਦੇ ਹੱਕ ਤੋਂ ਬਾਹਰ ਹੋਵੇ, ਕਿਸਾਨਾਂ ਦੇ ਹੱਕਾਂ ਤੋਂ ਬਾਹਰ ਹੋਵੇ, ਹਨਾ। ਤੁਸੀਂ ਸਵਾਲ ਉਠਾਈ ਜਾਂਦੇ ਹੋ, ਕੋਈ ਉਹਨਾਂ ਦਾ ਅਹੁਦਾ ਮਾਣਿਆ ਹੋਵੇ, ਕੋਈ ਉਹਨਾਂ ਨਾਲ ਐਫੀਲੀਏਸ਼ਨ ਹੋਵੇ, ਉਹਨਾਂ ਦੀ ਪਾਰਟੀ ਦਾ ਮੈਂਬਰ ਹੋਵਾਂ, ਕੋਈ ਤਾਂ ਗੱਲ ਹੋਵੇ ਨਾ। ਜੇ ਤੁਸੀਂ ਸਵਾਲ ਹੀ ਉਠਾਉਣੇ ਹੋ ਆਏ ਤਾਂ ਮਾਨਸਿਕਤਾ ਕਿਤੇ ਕਿਸੇ ਮਰਜ਼ੀ ਪਾਸੇ ਲੈ ਜਾਓ। ਮੈਂ ਤੁਹਾਡੇ ਤੇ ਸਵਾਲ ਉਠਾ ਦੂੰਗਾ ਵੀ ਤੁਹਾਨੂੰ RSS ਨੇ ਭੇਜਿਆ, ਕੀ ਕਰੋਗੇ ਤੁਸੀਂ ਦੱਸੋ, ਹਨਾ। ਸੋ ਇਹਨਾਂ ਗੱਲਾਂ ਦਾ ਤੁਸੀਂ ਇਹ ਟਾਈਮ ਹੁੰਦਾ, ਔਰ ਮੈਂ ਲੰਬਾ ਟਾਈਮ ਹੁਣ ਵੀ ਪੰਜਾਬ 'ਚ ਲਾ ਲਿਆ, ਪਹਿਲਾਂ ਵੀ ਬੜਾ ਪੰਜਾਬ ਦੇ ਨਾਲ ਜੁੜਿਆ ਹੋਇਆ, ਹਮੇਸ਼ਾ ਹਕੂਮਤਾਂ ਨੂੰ ਚੈਲੰਜ ਕੀਤਾ, ਆਪਦੇ ਫਿਲਮਾਂ ਦੇ ਥਰੂ ਵੀ ਕੀਤਾ, ਹੁਣ ਵੀ ਤੁਹਾਡੇ ਨਾਲ ਖੜਾ। ਹਜੇ ਵੀ ਤੁਸੀਂ RSS ਨੂੰ ਅੜਾਈ ਫਿਰਦੇ ਹੋ, ਤੇ ਫਿਰ ਮੈਂ ਹੁਣ ਉਹਦਾ ਕੀ ਤੁਹਾਨੂੰ ਇਦੋਂ ਜ਼ਿਆਦਾ ਜਵਾਬ ਦੇਦਾ? ਇਹ ਇਹਨਾਂ ਦਾ ਕੋਈ ਮਤਲਬ ਨਹੀਂ। ਸਿਆਸੀ ਧਿਰ ਦੀ ਤੁਸੀਂ ਗੱਲ ਕਰ ਰਹੇ ਹੋ, ਸਮਾਜਿਕ ਧਿਰ ਦੀ ਤੁਸੀਂ ਗੱਲ ਕਰ ਰਹੇ ਹੋ। ਸੋ ਦੀਪ ਸਿੱਧੂ, ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਕੁਝ ਸਵਾਲ ਅਜੇ ਨੇ ਜਿਨ੍ਹਾਂ ਦਾ ਜਵਾਬ ਨਹੀਂ ਹੈਗਾ ਉਹਨਾਂ ਕੋਲੇ ਵੀ, ਕਿਉਂਕਿ ਸਵਾਲ ਸੋਸ਼ਲ ਮੀਡੀਆ ਤੇ ਵੀ ਉੱਠ ਰਹੇ ਨੇ ਕਿ ਕਿਸੇ ਟਾਈਮ ਭਾਜਪਾ ਦੇ ਸੰਨੀ ਦਿਓਲ ਦੀ ਹਮਾਇਤ ਕਰਦੇ ਰਹੇ ਨੇ, ਤੇ ਉਹ ਹਮਾਇਤ ਕਿਉਂ ਕੀਤੀ? ਅੱਜ ਉਹਨਾਂ ਕੋਲੇ ਥਾਂ ਸੋਸ਼ਲ ਮੀਡੀਆ ਉੱਤੇ ਸਵਾਲ ਪੁੱਛਿਆ ਜਾ ਰਿਹਾ, ਉਹਨਾਂ ਨੇ ਜਵਾਬ ਤੁਸੀਂ ਦੇਖਿਆ ਹੈ ਕਿ ਗੋਲਮੋਲ ਹੀ ਦਿੱਤਾ ਹੈਗਾ। ਪਰ ਸਵਾਲ ਵੱਡਾ ਇਹ ਪੈਦਾ ਹੋ ਰਿਹਾ ਕਿ ਕੀ ਕਿਸਾਨੀ ਅੰਦੋਲਨ ਵਿੱਚੋਂ ਖੇਤਰਵਾਦ ਦੀ ਸਿਆਸਤ ਜਨਮ ਲਏਗੀ? ਕੀ ਚੰਗੀ ਪਾਰਟੀ ਜਿਹੜੀ ਹੈਗੀ ਹੈ ਉਹ ਸਾਹਮਣੇ ਆ ਸਕੇਗੀ? ਜਿਸ ਹਿਸਾਬ ਨਾਲ ਅੱਜ ਸ਼ੰਭੂ ਮੋਰਚਾ ਪੰਚਾਇਤ ਨੇ ਆਪਣਾ ਯੋਜਨਾ ਦੱਸੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਆਸਤਦਾਨ ਨੇ ਉਹਨਾਂ ਨਾਲ ਸੰਪਰਕ ਕਰਾਂਗੇ, ਬੁੱਧੀਜੀਵੀਆਂ ਨਾਲ ਸੰਪਰਕ ਕਰਾਂਗੇ, ਤੇ ਬੁੱਧੀਜੀਵੀਆਂ ਦਾ ਜਿਹੜਾ ਸਮਾਜਿਕ ਧਿਰ ਹੋਗੀ ਉਹ ਵੱਖਰੀ ਹੋਏਗੀ, ਸਿਆਸੀ ਧਿਰ ਸਾਡੀ ਵੱਖਰੀ ਹੋਵੇਗੀ, ਤੇ ਸਿਆਸੀ ਧਿਰ ਦੇ ਉੱਤੇ ਜਿਹੜਾ ਸ਼ਿਕੰਜਾ ਨਜ਼ਰਸਾਨੀ ਰੱਖੋਗੀ ਉਹ ਸਮਾਜਿਕ ਧਿਰ ਰੱਖੋਗੀ। ਕੀ ਇਹ ਪੋਸੀਬਲ ਹੈ? ਸੋ ਕੀ ਏਜੰਡਾ ਹੋਏਗਾ ਇਹਨਾਂ ਦੇ ਕੋਲ, ਇਹ ਆਉਣ ਵਾਲਾ ਸਮਾਂ ਦੱਸੂਗਾ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੁਹੰਮਦ ਜਾਲ ਦੀ ਰਿਪੋਰਟ, ਹਮਦਰ TV।